ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਗੁਰੂ ਗਰੀਬ ਨਿਵਾਸ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਜੁੜ ਮਿਲ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਆਓ ਜੋ ਕਿ ਰਲ ਮਿਲ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸੰਪਾਦਨਾ ਕਿਵੇਂ ਹੋਈ, ਉਸ ਬਾਬਤ ਜੋ ਆਪਾਂ ਕੱਲ੍ਹ ਰੋਜ਼ ਤੋਂ ਇਤਿਹਾਸ ਦੇ ਨਾਲ ਸਾਂਝ ਪਾ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਕਾਰਜ ਜੋ ਵਿਚਾਰਧਾਰਾ ਮੇਲ ਖਾਂਦੀ ਹੈ ਭਗਤਾਂ ਦੀ, ਉਸ ਬਾਣੀ ਨੂੰ ਇਕੱਤਰ ਕੀਤਾ ਤੇ ਨਾਲ ਆਪਣੀ ਪੋਥੀ ਦੇ ਵਿੱਚ ਦਰਜ ਕਰਕੇ ਲੈ ਕੇ ਆਏ, ਉਤਾਰੇ ਕੀਤੇ, ਭਗਤਾਂ ਦੀਆਂ ਭਾਵ ਕੇ ਪੋਥੀਆਂ ਤਿਆਰ ਕਰ ਲਈਆਂ। 15 ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਇਕੱਤਰ ਕਰਕੇ ਲੈ ਕੇ ਆਏ ਨੇ। ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਗੁਰੂ ਸਾਹਿਬ ਅੱਗੇ ਦੀ ਅੱਗੇ ਗੁਰੂਆਂ ਨੂੰ ਸੌਂਪਦੇ ਰਹੇ ਤੇ ਅਖੀਰ ਹੁਣ ਸਮਾਂ ਸੀ ਜਦੋਂ ਗੁਰੂ ਅਰਜਨ ਸਾਹਿਬ ਜੀ ਤੱਕ ਪਾਵਨ ਗੁਰਬਾਣੀ ਭਗਤਾਂ ਦੀ ਤੇ ਪਹਿਲੇ 4 ਗੁਰੂ ਸਾਹਿਬਾਨਾਂ ਦਾ ਜੋ ਕੀਤਾ ਹੋਇਆ ਪ੍ਰਚਾਰ ਹੈ, ਲਿਖੀ ਹੋਈ ਪਾਵਨ ਬਾਣੀ ਹੈ, ਪਹੁੰਚੀ ਹੈ। ਤੇ ਉਸ ਤੋਂ ਅਗਲੇਰਾ ਇਤਿਹਾਸ ਜੋ ਆਪਾਂ ਰਲ ਮਿਲ ਸਮਝਣਾ ਹੈ, ਆਓ ਗੁਰੂ ਚਰਨ ਕਮਲਾਂ ਪਾਸ ਜੁੜ ਮਿਲ ਬੈਠੀਏ, ਮਨ ਬਿਰਤੀਆਂ ਇਕਾਗਰਚਿਤ ਕਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਲਿਖਣ ਦੀ ਜਿਹੜੀ ਨੌਬਤ ਆ
ਜਾਂ ਕਹਿ ਲਓ ਵੀ ਇਹਨੂੰ ਲਿਖਣ ਦੇ ਲਈ ਕਿਉਂ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਨੇ ਤਤਪਰ ਹੋਏ। ਵੀ ਇਹ ਲਿਖ ਲੈਣਾ ਲਾਜ਼ਮੀ ਹੋਵੇਗਾ। ਕੀ ਕਾਰਨ ਸਨ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਜਾਵੇ। ਤੇ ਇਹ ਕਾਰਨ ਸਾਨੂੰ ਇਤਿਹਾਸ ਦੇ ਵਿੱਚੋਂ ਬੜੀ ਡੂੰਘਾਈ ਦੇ ਵਿੱਚ ਮਿਲ ਸਕਦੇ ਨੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੇਲੇ ਕੱਚੀ ਬਾਣੀ ਲਿਖੀ ਜਾਣੀ ਸ਼ੁਰੂ ਹੋਈ। ਮੋਹਨ ਜੀ ਵਰਗਿਆਂ ਨੇ ਬਾਣੀ ਲਿਖੀ। ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਇਹ ਸ਼ੰਕੇ ਪਏ ਕਿ ਇਹ ਜੋ ਲਿਖਿਆ ਜਾ ਰਿਹਾ ਹੈ ਗੁਰੂ ਦੀ ਬਾਣੀ ਤੋਂ ਅਲੱਗ ਹੈ, ਇਹ ਕੱਚੀ ਬਾਣੀ ਹੈ, ਤਾਂ ਸਤਿਗੁਰੂ ਜੀ ਨੇ ਉਸ ਟਾਈਮ ਦੇ ਵਿੱਚ ਸਿੱਖਾਂ ਨੂੰ ਸਖਤ ਹਦਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਵੀਰ ਭੈਣਾਂ ਸਹਿਜ ਪਾਠ ਕਰਨ ਵਾਲੇ ਨੇ ਉਹ ਗੌਰ ਕਰਨ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਕੱਚੀ ਬਾਣੀ ਦੀ ਗੱਲ ਜ਼ਰੂਰ ਕੀਤੀ ਹੋਈ ਹੈ। ਪਹਿਲਾਂ ਦੋ ਗੁਰੂਆਂ ਦੀ ਬਾਣੀ ਦੇ ਵਿੱਚ ਕੱਚੀ ਬਾਣੀ ਦੀ ਗੱਲ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੇਲੇ ਜਿੱਦਾਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕੱਚੀ ਬਾਣੀ ਲਿਖਣੀ ਸ਼ੁਰੂ ਹੋਈ। ਤੇ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਬਾਬਾ ਪਿਰਥੀ ਚੰਦ ਜੀ ਦਾ ਪੁੱਤਰ ਹੈ ਮਿਹਰਬਾਨ। ਪਿਰਥੀ ਚੰਦ ਨੇ ਪੁੱਤਰ ਨੂੰ ਮਿਹਰਬਾਨ ਨੂੰ ਕਿਹਾ, ਕਹਿੰਦਾ ਬੜੇ ਤਰੀਕੇ ਅਪਣਾ ਲਏ, ਬੜਾ ਕੁਛ ਕੀਤਾ, ਪਰ ਇਹਨਾਂ ਦੀ ਵਿਚਾਰ ਖਤਮ ਨਹੀਂ ਹੋਈ। ਗੁਰੂ ਨਾਨਕ ਦੀ ਵਿਚਾਰਧਾਰਾ ਬੰਦ ਨਹੀਂ ਹੋਈ। ਮੈਂ ਬੜਾ ਜ਼ੋਰ ਲਾ ਚੁੱਕਾ, ਮੈਥੋਂ ਕੁਛ ਨਹੀਂ ਹੋਇਆ ਗਿਆ, ਕਿਉਂਕਿ ਜਿਹੜੀ ਨਾਨਕ ਦੀ ਬਾਣੀ ਹੈ ਜਾਂ ਭਗਤਾਂ ਦੀ ਬਾਣੀ ਹੈ, ਸਿੱਖ ਉਹਦੇ ਨਾਲ ਜੁੜਦੇ ਨੇ ਆ ਕੇ, ਉਹਦੇ 'ਚੋਂ ਇਹਨਾਂ ਨੂੰ ਗਿਆਨ ਮਿਲਦਾ, ਸਮਝ ਮਿਲਦੀ ਹੈ, ਜੋਸ਼ ਮਿਲਦਾ ਹੈ। ਤੇ ਕਹਿੰਦਾ ਕਿ ਆਪਣੇ ਪੁੱਤਰ ਮਿਹਰਬਾਨ ਨੂੰ ਆਖਦਾ ਕਿ ਕੰਮ ਤੂੰ ਕਰੇਗਾ ਮੇਰਾ ਹੁਣ। ਕਹਿੰਦਾ ਇਹ ਬਾਣੀ ਲਿਖਦੇ ਨੇ, ਬਰਾਬਰ ਤਾਂ ਮੈਂ ਵੀ ਹੋ ਜਾਣਾ ਸੀ, ਗੱਦੀ ਤਾਂ ਮੈਨੂੰ ਵੀ ਮਿਲ ਜਾਣੀ ਸੀ, ਪਰ ਮੈਨੂੰ ਬਾਣੀ ਲਿਖਣੀ ਕੋਈ ਨਹੀਂ ਆਉਂਦੀ, ਮੇਰੇ ਵੱਸ ਦੀ ਗੱਲ ਨਹੀਂ ਹੈ। ਤੇ ਮਿਹਰਬਾਨ ਬਾਣੀ ਲਿਖਣ ਲੱਗਾ, ਬਾਣੀ ਲਿਖਣ ਲੱਗਾ ਮਿਹਰਬਾਨ। ਤੇ ਤੁਸੀਂ ਪਾਵਨ ਗੁਰਬਾਣੀ ਦੇ ਵਿੱਚ ਆਮ ਤੌਰ ਤੇ ਵੇਖਿਆ ਹੋਣਾ ਹੈ ਕਿ ਜਦੋਂ ਵੀ ਕਿਸੇ ਵੀ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਹੈ, ਅਖੀਰ ਦੇ ਵਿੱਚ ਨਾਨਕ ਪਦ ਜ਼ਰੂਰ ਵਰਤਿਆ ਹੈ। ਗੁਰੂ ਨਾਨਕ ਸਾਹਿਬ ਦਾ ਨਾਮ, ਗੁਰੂ ਨਾਨਕ ਸਾਹਿਬ ਦੇ ਨਾਮ ਹੇਠ ਬਾਣੀ ਹੈ।
ਇਹੀ ਕੰਮ ਮਿਹਰਬਾਨ ਨੇ ਸ਼ੁਰੂ ਕਰ ਦਿੱਤਾ। ਲਿਖਣ ਲੱਗ ਪਿਆ ਤੇ ਅਖੀਰ ਦੇ ਵਿੱਚ ਜਾ ਕੇ ਨਾਨਕ ਨਾਮ ਲਿਖ ਦਿੰਦਾ ਸੀ ਵੀ ਸਿੱਖਾਂ ਨੂੰ ਭੁਲੇਖਾ ਪੈ ਜਾਵੇ। ਲਿਖ ਕੇ ਨਾਨਕ ਲਫ਼ਜ਼ ਲਿਖ ਦਿੰਦਾ ਸੀ ਵਿੱਚ। ਕੋਈ ਵੀ ਤੁਸੀਂ ਲਿਖਾਰੀ ਵੇਖ ਲਿਓ, ਕੋਈ ਕਵਿਤਾ ਲਿਖਣ ਵਾਲਾ ਹੈ, ਕੋਈ ਵੀ ਲਿਖਦਾ ਹੈ, ਗੀਤ ਲਿਖਦਾ ਹੈ, ਭਾਵੇਂ ਕੋਈ ਵਾਰਾਂ ਲਿਖਦਾ, ਢਾਡੀ ਵਾਰਾਂ ਲਿਖਦਾ ਹੋਵੇ, ਤਾਂ ਹਰੇਕ ਲਿਖਾਰੀ ਅਖੀਰ ਵਿੱਚ ਆਪਣਾ ਨਾਮ ਪਾਉਂਦਾ ਹੈ। ਅਤੇ ਗੁਰੂ ਘਰ ਦੇ ਵਿੱਚ ਬੜੀ ਵਿਸ਼ਾਲਤਾ ਰਹੀ ਹੈ, ਸਤਿਗੁਰੂ ਜੀ ਦੀ ਨਿਮਰਤਾ ਰਹੀ ਹੈ ਕਿ ਅਗਲੇਰੇ ਆਉਣ ਵਾਲੇ ਗੁਰੂਆਂ ਨੇ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਨਾਮ ਨਹੀਂ ਵਰਤੇ ਕਿਤੇ ਵੀ। ਗੁਰੂ ਨਾਨਕ ਦਾ ਨਾਮ, ਬਾਬੇ ਨਾਨਕ ਦਾ ਨਾਮ ਵਰਤਿਆ। ਸਾਰੀ ਬਾਣੀ ਨਾਨਕ ਜੀ ਦੇ ਨਾਮ ਹੇਠ ਹੈ। ਅਤੇ ਮਿਹਰਬਾਨ ਨੇ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਇੱਕ ਦਿਨ ਸਿੱਖ ਆ ਕੇ ਗੱਲ ਆਖਦਾ, ਕਹਿੰਦਾ ਸਤਿਗੁਰੂ ਜੀ ਸੁਣੋ ਗੱਲ ਨੂੰ ਧਿਆਨ ਦੇ ਨਾਲ। ਮਿਹਰਬਾਨ ਨੇ ਆ ਕੰਮ ਕਰ ਦਿੱਤਾ। ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕਿੱਡਾ ਕੋਈ ਮਸਲਾ ਬਣ ਕੇ ਖੜਾ ਹੋਵੇਗਾ ਗੁਰਦੁਆਰੇ ਦੇ ਲਈ, ਗੁਰੂ ਘਰ ਦੇ ਵਾਸਤੇ। ਉਹ ਬਾਣੀ ਲਿਖਦਾ ਹੈ ਪਰ ਗੁਰਮਤਿ ਅਨੁਸਾਰ ਨਹੀਂ ਲਿਖਦਾ। ਉਹ ਸਿਰਫ ਆਪਣੀਆਂ ਮਨ ਦੀਆਂ ਭਾਵਨਾ ਲਿਖਦਾ, ਭਾਵ ਗੁਰੂ ਬਣਨੇ ਚਾਹੁੰਦੇ ਨੇ ਆਪਣੇ ਆਪ ਦੇ ਵਿੱਚੋਂ। ਅਤੇ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਮੀਟਿੰਗ ਹੋਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ। ਇਹ ਆਪਾਂ ਗੱਲ ਸਮਝ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਨੌਬਤ ਕਿਉਂ ਪਈ, ਕਿਉਂ ਲਿਖਣਾ ਪਿਆ, ਬਾਣੀ ਇਕੱਠੀ ਕਿਉਂ ਕਰਨੀ ਪਈ। ਮੀਟਿੰਗ ਹੋਈ ਜਿਹਦੇ ਵਿੱਚ ਭਾਈ ਬਹਿਲੋ ਜੀ ਵਰਗੇ ਵੱਡੇ ਵੱਡੇ ਵਿਦਵਾਨ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਸਾਹਿਬ ਵਰਗੇ, ਬਹੁਤ ਵੱਡੀ ਮੀਟਿੰਗ ਹੋਈ ਵੀ ਆਪਾਂ ਬਾਣੀ ਇਕੱਤਰ ਕਰੀਏ, ਇੱਕ ਤਾਂ ਇਕੱਠੀ ਕੀਤੀ ਜਾਵੇ, ਕੋਈ ਗ੍ਰੰਥ ਤਿਆਰ ਕੀਤਾ ਜਾਵੇ, ਪੋਥੀ ਤਿਆਰ ਕੀਤੀ ਜਾਵੇ ਜਿਹਦੇ 'ਚ ਗੁਰੂ ਸਾਹਿਬਾਨਾਂ ਦੀ ਅਤੇ ਭਗਤਾਂ ਦੀ ਬਾਣੀ ਇਕੱਤਰ ਹੋ ਜਾਵੇ, ਇਕੱਠੀ ਹੋਵੇ, ਇਕੱਠੀ ਹੋਣੀ ਚਾਹੀਦੀ ਹੈ। ਅਤੇ ਠੀਕ ਹੈ, ਕਹਿੰਦੇ ਕੰਮ ਸ਼ੁਰੂ ਕਰੀਏ। ਹੁਣ ਇਹ ਵੱਡਾ ਕਾਰਜ ਸੀ। ਦਰਬਾਰ ਸਾਹਿਬ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਵੇਖਦੇ ਹਾਂ ਬਣ ਕੇ ਤਿਆਰ ਹੋ ਚੁੱਕਾ ਹੈ। ਅਤੇ ਸਤਿਗੁਰੂ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਕੀਮਤੀ ਕਾਰਜ ਆਰੰਭਿਆ ਹੈ। ਅਤੇ ਇਸ ਦੇ ਵਾਸਤੇ ਕੁਝ ਲਿਖਾਰੀ ਨੇ ਜਿਹੜੇ ਭਾਈ ਬੰਨੋ ਜੀ, ਭਾਈ ਹਰੀਆ ਜੀ, ਭਾਈ ਸੁੱਖਾ ਜੀ, ਭਾਈ ਗੁਰਦਾਸ ਜੀ ਵਰਗੇ ਜਿਹੜੇ ਲਿਖ ਲੈਂਦੇ ਨੇ, ਲਿਖਾਰੀ ਨੇ ਚੰਗੇ, ਉਹਨਾਂ ਦੀ ਚੋਣ ਹੋਈ। ਅਤੇ ਉਹਨਾਂ ਵਿੱਚੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਹੱਥੀਂ ਲਿਖਣਾ ਹੈ। ਅਤੇ ਹੁਣ ਲਿਖਣ ਦੇ ਲਈ ਥਾਂ ਵੀ ਚਾਹੀਦੀ ਸੀ, ਕਾਗਜ਼ ਵੀ ਚਾਹੀਦਾ ਸੀ, ਸਿਆਹੀ ਵੀ ਚਾਹੀਦੀ ਸੀ, ਕਲਮਾਂ ਵੀ ਚਾਹੀਦੀਆਂ ਸਨ। ਸਭ ਤੋਂ ਪਹਿਲ ਤੇ ਥਾਂ ਦੀ ਚੋਣ ਹੋਈ। ਥਾਂ ਹੋਣਾ ਚਾਹੀਦਾ ਕੋਈ ਚੰਗਾ। ਤੇ ਜਦੋਂ ਕੋਈ ਲਿਖਾਰੀ ਲਿਖਦਾ ਹੈ ਨਾ, ਤਾਂ ਪਹਿਲੇ ਸਮਿਆਂ ਵਿੱਚ ਹੁੰਦਾ ਸੀ ਵੀ ਲਿਖਾਰੀ ਜੀ ਨੇ ਕੋਈ ਚੰਗੀ ਗੱਲ ਲਿਖਣੀ ਹੋਵੇ ਜਾਂ ਗ੍ਰੰਥ ਲਿਖਣੇ ਨੇ, ਹੱਥ ਲਿਖਤ, ਤਾਂ ਥਾਂ ਇਹੋ ਜਿਹੀ ਵੇਖੀ ਜਾਂਦੀ ਹੁੰਦੀ ਸੀ ਜਿਹੜੀ ਬਰਾਬਰ ਦੀ ਹੋਵੇ, ਭਾਵ ਨਾ ਬਹੁਤੀ ਗਰਮੀ ਅਤੇ ਨਾ ਬਹੁਤੀ ਸਰਦੀ ਹੋਵੇ। ਹੁਣ ਜੇ ਗਰਮੀ ਹੋਊਗੀ ਤਾਂ ਇਹ ਡਰ ਰਹਿੰਦਾ ਸੀ ਵੀ ਜੇ ਮੰਨ ਲਓ ਵੀ ਲਿਖਣ ਲੱਗਿਆ ਪਸੀਨਾ ਆ ਗਿਆ, ਹੱਥ 'ਤੇ ਪਸੀਨਾ ਆ ਗਿਆ, ਤਾਂ ਕਾਗਜ਼ ਹੈ ਜਿਹੜਾ ਪੰਨਾ ਖਰਾਬ ਹੋ ਜਾਵੇਗਾ, ਕਾਲਖ ਲੱਗ ਜਾਣੀ ਹੈ। ਪਸੀਨਾ ਆ ਗਿਆ ਤਾਂ ਕਾਗਜ਼ ਨੂੰ ਲੱਗ ਜਾਣਾ। ਜ਼ਿਆਦਾ ਗਰਮੀ ਵਾਲੀ ਜਗ੍ਹਾ ਵੀ ਠੀਕ ਨਹੀਂ ਹੈ, ਅਤੇ ਜ਼ਿਆਦਾ ਠੰਡ ਹੋਵੇ ਜਿੱਥੇ ਉਹ ਵੀ ਨਹੀਂ ਚਾਹੀਦਾ। ਕਿਤੇ ਠੰਡ ਦੇ ਨਾਲ ਲਿਖਦਿਆਂ ਲਿਖਦਿਆਂ ਹੱਥ ਕੰਬ ਗਿਆ ਤਾਂ ਕਲਮ ਹਿੱਲ ਜਾਣੀ ਹੈ। ਅਤੇ ਰਾਮਸਰ ਸਰੋਵਰ ਦਾ ਅਸਥਾਨ ਹੈ ਜਿਹੜਾ ਕੰਢੇ 'ਤੇ ਸਤਿਗੁਰੂ ਜੀ ਨੇ ਥਾਂ ਵੇਖਿਆ ਵੀ ਠੀਕ ਰਮਨੀਕ ਥਾਂ ਹੈ, ਵਧੀਆ ਹੈ, ਇੱਥੇ ਬਣਾਇਆ ਜਾਵੇ, ਇੱਥੇ ਲਿਖ ਕੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਜਾਣੀ ਹੈ। ਅਤੇ ਸਭ ਤੋਂ ਵਧੀਆ ਥਾਂ ਰਾਮਸਰ ਕੰਢੇ 'ਤੇ ਅੰਮ੍ਰਿਤਸਰ, ਉੱਥੇ ਕਾਰਜ ਆਰੰਭਿਆ ਗਿਆ। ਅਤੇ ਸੇਵਾ ਲਾਈ ਗਈ ਭਾਈ ਬੰਨੋ ਜੀ ਦੀ,
ਜਿਹੜੇ ਕਲਮਾਂ ਲੈ ਕੇ ਆਉਂਦੇ ਨੇ, ਕਲਮ ਲਿਖਣ ਵਾਲੀ ਕੜ ਕੇ ਕਾਨੇ ਦੀ, ਤੇ ਸਿਆਹੀ ਤਿਆਰ ਕਰਦੇ ਨੇ। ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਸਿਆਹੀ ਤਿਆਰ ਕੀਤੀ ਬੜਾ ਕੁਛ ਪਾਇਆ ਜਾਂਦਾ ਸੀ ਉਹਦੇ ਵਿੱਚ, ਬੜਾ ਕੁਛ ਕੋਟਿਆ ਜਾਂਦਾ ਸੀ, ਤਿਆਰ ਕੀਤਾ ਜਾਂਦਾ ਸੀ। ਉਹਦੇ ਵਿੱਚ ਸੋਨਾ ਵੀ ਪਾਇਆ ਜਾਂਦਾ ਸੀ, ਕਾਲਖ ਵੀ ਪਾਈ ਜਾਂਦੀ ਸੀ, ਨਿੰਮ ਦੇ ਕੋਟੇ ਨਾਲ ਕੋਟਿਆ ਵੀ ਜਾਂਦਾ ਸੀ ਉਹਨੂੰ, ਬੜਾ ਕੁਛ ਕੀਤਾ ਜਾਂਦਾ ਸੀ। ਤੇ ਸੋਨਾ ਤਾਂ ਪਾਇਆ ਜਾਂਦਾ ਸੀ ਪੀਸ ਕੇ ਵੀ ਜਦੋਂ ਵੀ ਲਿਖੀ ਜਾਵੇ ਕੋਈ ਗੱਲ ਸਦੀਆਂ ਤੱਕ ਇੱਦਾਂ ਚਮਕਦੀ ਰਹੇ, ਰੰਗ ਨਾ ਉੱਡੇ, ਕਿਸੇ ਵੀ ਸਿਆਹੀ ਦਾ ਰੰਗ ਨਾ ਉੱਡੇ। ਤੇ ਇਤਿਹਾਸਕਾਰ ਲਿਖਦੇ ਨੇ ਵੀ ਉਹ ਸਿਆਹੀ ਤਿਆਰ ਕਰਨ ਨੂੰ 20 ਦਿਨ ਲੱਗਦੇ ਸਨ। 20 ਦਿਨ ਪ੍ਰੋਸੀਜਰ ਸੀ, 20 ਦਿਨ ਲੱਗਦੇ ਸਨ ਤਿਆਰ ਹੋਣ ਤੇ। ਤੇ ਸੇਵਾ ਭਾਈ ਬੰਨੋ ਜੀ ਦੀ ਲਾਈ ਗਈ। ਭਾਈ ਬੰਨੋ ਜੀ ਕਲਮਾਂ ਵੀ ਲੈ ਕੇ ਆਉਂਦੇ ਨੇ ਤੇ ਸਿਆਹੀ ਵੀ ਤਿਆਰ ਕਰਦੇ ਨੇ, ਘੋਟ ਕੇ ਲੈ ਕੇ ਆਉਂਦੇ ਨੇ। ਤੇ ਉਸ ਟਾਈਮ ਦੇ ਵਿੱਚ ਕਾਗਜ਼ ਸਤਿਗੁਰੂ ਜੀ ਨੇ ਮੰਗਵਾਇਆ ਹੈ ਜਿਹੜਾ ਕਸ਼ਮੀਰ ਤੋਂ। ਸਭ ਤੋਂ ਪਹਿਲਾਂ ਤੇ ਕਾਗਜ਼ ਚੀਨ ਦੇ ਵਿੱਚ ਤਿਆਰ ਕੀਤਾ ਗਿਆ ਸੀ ਤੇ ਇੰਡੀਆ ਦੇ ਵਿੱਚ ਉਹ ਚੀਨ ਦੇ ਕਸ਼ਮੀਰ ਦੇ ਵਿੱਚ ਬਣਦਾ ਹੈ। ਕਸ਼ਮੀਰ ਤੋਂ ਕਾਗਜ਼ ਆਇਆ, ਮੰਗਵਾਇਆ ਗਿਆ। ਫਿਰ ਉਹਨੂੰ ਬਿਉਂਤਬੰਦੀ ਦੇ ਨਾਲ ਵੀ ਕਿੱਡਾ ਪੰਨਾ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹਨਾਂ ਨੂੰ ਕੱਟਿਆ ਗਿਆ ਧਿਆਨ ਦੇ ਨਾਲ, ਉਹਨੂੰ ਮੇਚ ਕੇ ਵੀ ਇੰਨੀਆਂ ਪੰਗਤੀਆਂ, ਇੰਨੇ ਸ਼ਬਦ ਇਹ 'ਤੇ ਆਉਣੇ ਚਾਹੀਦੇ ਨੇ, ਇੱਕੋ ਜਿਹਾ ਹੋਵੇ ਸਾਰਾ ਕਾਰਜ। ਤੇ ਲਿਖਣ ਲੱਗਿਆ ਉਹਨੂੰ, ਜਿਵੇਂ ਆਪਾਂ ਕਹਿ ਲਈ ਵੀ ਜਦੋਂ ਬੰਦੇ ਨੇ ਲਿਖਣਾ ਹੁੰਦਾ, ਜਿਵੇਂ ਆਪਾਂ ਅੱਜ ਲਿਖੀਏ ਤਾਂ ਸਾਡੇ ਕੋਲ ਕਾਪੀ ਹੁੰਦੀ ਆ, ਪਰ ਉਸ ਟਾਈਮ ਦੇ ਵਿੱਚ ਸਾਰਾ ਕੁਛ ਇਕੱਠਾ ਨਹੀਂ ਸੀ ਕੀਤਾ। ਕੁਛ ਕੁ 10 ਕੁ ਪੰਨੇ ਲੈ ਕੇ, 20 ਕੁ ਲੈ ਕੇ, ਇੱਦਾਂ ਇਕੱਠੇ ਕਰਕੇ ਉਹ 'ਤੇ ਲਿਖਿਆ ਜਾਂਦਾ ਹੁੰਦਾ ਸੀ। ਫਿਰ ਉਹਨਾਂ ਨੂੰ ਸਾਂਭ ਦਿੱਤਾ ਜਾਂਦਾ ਸੀ। ਬਾਅਦ ਦੇ ਵਿੱਚ ਜਲਦ ਬੰਨੀ ਗਈ ਗੁਰੂ ਗ੍ਰੰਥ ਸਾਹਿਬ ਦੀ। ਪਹਿਲਾਂ 10-10 ਪੰਨੇ ਇੱਦਾਂ ਲਿਖ ਕੇ ਚਿੱਠਾ ਤਿਆਰ ਕੀਤਾ ਜਾਂਦਾ ਸੀ, ਉੱਦਾਂ ਲਿਖਿਆ ਗਿਆ। ਤੇ ਲਿਖਣ ਵਾਲੇ ਭਾਈ ਗੁਰਦਾਸ ਸਾਹਿਬ ਨੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲ ਬੈਠੇ ਨੇ। ਪੂਰੀ ਰਹਿਨੁਮਾਈ ਹੇਠ, ਪੂਰੀ ਵਿਦਵਤਾ ਦੇ ਨਾਲ, ਧਿਆਨ ਦੇ ਨਾਲ ਬਾਣੀ ਲਿਖੀ ਜਾ ਰਹੀ ਹੈ। ਭਗਤਾਂ ਦੀ ਬਾਣੀ ਤੇ ਗੁਰੂਆਂ ਦੀ ਬਾਣੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਕੋਲ ਉਹ ਕੋਲ ਰੱਖੀ ਹੈ। ਤੇ ਇੱਕ ਵੱਡੀ ਮਹਾਨ ਗੱਲ ਮੈਂ ਬੇਨਤੀ ਕਰਾਂ ਕਿ ਬਾਣੀ ਲਿਖਣ ਵਾਲੇ ਭਾਈ ਗੁਰਦਾਸ ਸਾਹਿਬ ਕਿੱਡੇ ਗਿਆਤਾ ਹੋਣਗੇ। ਅੱਜ ਬਹੁਤਿਆਂ ਨੂੰ, ਕਿਉਂਕਿ ਆਪਾਂ ਤਾਂ ਗੱਲ ਕਰੀਦੀ ਹੁੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਹਰੇਕ ਸਿੱਖ ਨੂੰ ਜਾਣਕਾਰੀ ਹੋਣੀ ਲਾਜ਼ਮੀ ਹੈ, ਹਰੇਕ ਸਿੱਖ ਨੂੰ, ਹਰੇਕ। ਤੇ ਅੱਜ ਵਿਰਲੇ ਜਣ ਨੇ, ਵਿਰਲੇ ਕੋਈ ਨੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਵੀ ਕਿਹੜੇ ਸ਼ਲੋਕ ਦੀ ਵਿਚਾਰ ਕਿਹੜੀ ਪੌੜੀ ਦੇ ਨਾਲ ਲੱਗਦੀ ਹੈ। ਜਿਹੜੇ ਵੀਰ ਭੈਣਾਂ ਬਾਣੀ ਪੜ੍ਹਨ ਵਾਲੇ, ਉਹਨਾਂ ਨੂੰ ਪਤਾ ਵੀ ਜਦੋਂ ਵਾਰ ਪੜ੍ਹੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਹਿਲਾਂ ਸਮਿਆਂ ਦੇ ਵਿੱਚ ਜਦੋਂ ਬਾਣੀ 12 ਸਨ ਜਿਹੜੀਆਂ ਅਜੇ ਦਰਜ ਨਹੀਂ ਸੀ ਹੋਈ ਗੁਰੂ ਗ੍ਰੰਥ ਸਾਹਿਬ, ਪਹਿਲਾਂ ਉਹ ਵਾਰਾਂ ਨੇ ਨਾ ਜਿਹੜੀਆਂ ਪੌੜੀਆਂ ਰੂਪ ਵਿੱਚ ਸਨ, ਪੌੜੀਆਂ ਸੀ ਸਿਰਫ ਕੱਲੀਆਂ। ਤੇ ਜਿੱਦਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਲੈ ਕੇ ਲਿਖਣ ਲੱਗੇ ਨੇ ਤਾਂ ਨਾਲ ਉਹਨਾਂ ਦੇ ਮੇਲ ਖਾਂਦੇ ਨੇ ਜਿਹੜੇ ਸ਼ਲੋਕ ਲਿਖੇ ਗਏ ਪੌੜੀਆਂ ਦੇ ਨਾਲ। ਵਾਰਾਂ ਸਿਰਫ ਪੌੜੀਆਂ ਦੇ ਰੂਪ ਸਨ। ਤੇ ਕਿੱਡੇ ਮਹਾਨ ਹੋਣਗੇ ਭਾਈ ਗੁਰਦਾਸ ਸਾਹਿਬ, ਕਿੱਡੀ ਵਿਦਵਤਾ ਹੋਵੇਗੀ ਉਹਨਾਂ ਦੇ ਵਿੱਚ। ਇੱਕ ਇੱਕ ਪੌੜੀ ਦੇ ਨਾਲ ਕਿੰਨੇ ਕਿੰਨੇ ਸ਼ਲੋਕ ਦਰਜ ਹੋਏ ਵੀ ਆ ਮੇਲ ਖਾਂਦੇ ਨੇ। ਆ ਪੌੜੀ ਸ਼ਲੋਕਾਂ ਦੀ ਵਿਚਾਰ ਦਿੰਦੀ ਹੈ। ਤੇ ਵਾਰ ਦੇ ਵਿੱਚ ਅਖੀਰ ਦੇ ਵਿੱਚ ਸਤਿਗੁਰੂ ਜੀ ਚੈੱਕ ਕਰਦੇ ਸਨ ਵੀ ਠੀਕ ਹੈ, ਚੈੱਕ ਕਰਦੇ ਸਨ ਵੀ ਸ਼ਲੋਕ ਠੀਕ ਲੱਗੇ ਨੇ ਪੌੜੀ ਦੇ ਨਾਲ। ਭਾਈ ਗੁਰਦਾਸ ਸਾਹਿਬ ਲਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਰਿਚੈੱਕ ਹੁੰਦਾ ਹੈ, ਗੁਰੂ ਅਰਜਨ ਸਾਹਿਬ ਚੈੱਕ ਕਰਦੇ ਨੇ। ਤੇ ਅੱਜ ਵੀ ਜਿਹੜੇ ਵੀਰ ਭੈਣਾਂ ਪਾਠ ਕਰਦੇ ਨੇ ਨਾ, ਵਾਰ ਤੋਂ ਬਾਅਦ ਸ਼ੁੱਧ ਲਿਖਿਆ ਹੁੰਦਾ ਹੈ ਬਾਣੀ ਦੇ ਵਿੱਚ, ਸ਼ੁੱਧ। ਉਸ ਸਾਈਨ ਕਹਿ ਲਓ ਵੀ ਗੁਰੂ ਅਰਜਨ ਸਾਹਿਬ ਲਿਖ ਦਿੰਦੇ ਸਨ ਵੀ ਸ਼ੁੱਧ, ਚੈੱਕ ਹੋ ਗਿਆ ਹੈ, ਚੈੱਕ ਕਰ ਦਿੱਤਾ ਭਾਈ ਗੁਰਦਾਸ ਸਾਹਿਬ, ਅੱਗੇ ਲਿਖੋ ਇਹ ਚੈੱਕ ਹੋ ਗਿਆ, ਹੁਣ ਸ਼ੁੱਧ ਲਿਖ ਦਿੱਤਾ ਜਾਂਦਾ ਸੀ। ਤੇ ਇਹ ਹਦਾਇਤਾਂ ਸਨ ਨਾ ਜਿਹੜੀਆਂ ਸ਼ੁੱਧ, ਜਾਂ ਇੱਕ ਥਾਂ ਤੇ ਸ਼ੁੱਧ ਕੀਚੇ ਵੀ ਆਇਆ ਬਾਣੀ ਵਿੱਚ। ਤੇ ਜੇ ਕਿਤੇ ਕੋਈ ਕਮੀ ਹੁੰਦੀ ਸੀ ਉੱਥੇ ਗੁਰੂ ਸਾਹਿਬ ਲਿਖ ਦਿੰਦੇ ਸਨ ਸ਼ੁੱਧ ਕੀਚੇ। ਭਾਈ ਗੁਰਦਾਸ ਸਾਹਿਬ ਦੁਬਾਰੇ ਵੇਖੋ ਇਹਨੂੰ,
शुद्ध। अज हाशिए तो बाहर लिखा होया बाणी दे विच, भाई गुरदास साहब दे लई हिदायतां सन भी ठीक है, लिख दिता गया शुद्ध लिखिया बाणी दे विच, गुरु अर्जन साहब दे हत्थीं लिखिया भी सही है, ठीक है, चेक हो चुकी है गल। कल नूं किते बहुते सियाणे आ के आ गल्लां ना करन लग जाण भी आ बाणी किधर ते आ बाणी किधर, बहुते ना सियाणे बन जाण किते आके। गुरु अर्जन साहब जी कोल बैठे ने जदों बाणी लिखी जाती है, भाई गुरदास साहब जदों लिखते ने तो मैं रुक के एक बेनती लाजमी करा। बहुती बार जदों असीं गल करी दी है ना भी बाणी नूं तोड़ मरोड़ के ना पढ़ो, जिमें लिखी है उमें पढ़ो, तो बहुते कहते ने जी बाणी पढ़न च हर्ज की है। कोई हर्ज नहीं है बाणी पढ़न च। टैलीविजन ते आसा दी वार तुसीं सुणदे होवोगे, किन्ने टाइम च पढ़ते ने वो कीर्तन दे राहीं, तकरीबन घंटा डेढ़ घंटा 2 घंटे ला देंदे ने। पर आसा दी वार जिहड़ी पौड़ी जिहड़ी वार है ना, आसा की वार अद्धे तो पौने घंटे दे विच पढ़ी जाती है विस्तार सहित। उहदे च सिर्फ पौड़ियां ते सलोक ने। एक कीर्तनीय सिंगां दे काम ने, जिहड़े कीर्तन करदे ने विच छंत लाउंदे ने। बहुती बार जदों गल कहंदे जी बाणी पढ़ी जानी, पढ़ो बाणी, पर तुहानूं हक किहने दिता कि आसा की वार दा जिहड़ा रूप है वो विगाड़ दिता जावे। गुरु अर्जन साहब पातशाह लिख के जदों शुद्ध लिख दिंदे ने, उन्होंने चेक कर लिया। भाई गुरदास नूं भी कह सकदे सी भी छंत भी विच लाउणे ने। तुसीं आसा की वार दा गुटका चुक के वेख लिओ, अज जितों कीर्तन करते ने बड़ा कुछ बिगाड़ता। तो गुरु ग्रंथ साहिब जी दे कोल पोथियां ने, वो पढ़ के वेखियो आसा की वार दा रूप की है। दूसरी बेनती, सोदर जदों 14 पन्नियां तो पहला पहला पढ़ते हैं ना, बाणी दे विच नितनेम गुरदेव ने दिता होया है। जपजी साहब ते सोदर, सोदर सो पुरख दिता होया है, वो असली नितनेम है। पर अज वेखो साडी शाम दी सोदर दा रूप किहो जाए, किहो जाए। कोई दुखदारू तो शुरू कर रहा है, कोई हर हर जुग भगत उपाया तो शुरू कर रहा है, कोई सोदर कहा सो कर कहा तो जिमें बाणी विच उत्थों शुरू हो रही है। किसी ने विच कोई दोहरे लिया के वाड़ दिते, किसी ने किवें रूप बिगाड़ दिता। एक तरह की बाणी नहीं है, रहरस का रूप, सोदर का रूप बिगाड़ दिता। असी गुरु अर्जन साहब नालों सियाणे हो गए। पिछे जिहा रौला पिया सी, कोई बड़ा कथावाचक जिहड़ा मंजी साहब के स्टेज तो बोलदा सी, कहंदा जी आनंद साहब बाणी दे विच कहंदे 3 गुरुआं दी बाणी है। हालांकि सरलेख मिलता है गुरु अमरदास की बाणी है, गुरु अमरदास दी, पर उन्हें बदलिया। कहंदा जी इहदे विच तां गुरु रामदास साहब दे गुरु अर्जन साहब दी भी लिखी हुई है। कहंदे एक एक पौड़ी अखीर दे विच कहंदे उन्होंने पौड़ी लिखी है 38वीं ते 39वीं। विगाड़ता ना रूप, कोझियां चालां ने बाणी दे विच रला पाउणा चाहुंदे ने जिहड़े भी बदले रूप। मेहरबान दे वारस हो के बैठ गए ने जिहड़े बाणी दुखी ने, विगाड़ पाउंदे ने जिहड़े बाणी दे विच बड़े बन के अज भी बैठ गए, जिहड़े खुद सियाणे बनते हैं। पढ़ो बाणी जिन्नी मर्जी पढ़ो, पर जिहड़ा रूप गुरु ग्रंथ साहिब दे विच बाणी दा दिता ना, वो ना विगाड़ो, वो नहीं विगाड़ना चाहिए, वो उवें ही रहन दो। आसा की वार दा पाठ लाजमी करो, पर विगाड़ के नहीं किसी नूं हक। अज बहुते कीर्तियां नूं गल करिए ना, भाई साहब नरोल आसा की वार दा कीर्तन करो, कहंदे जी हुंदा ही नहीं। क्यों नहीं हुंदा? कहते जी छंत लाया बिना होंदा ही नहीं, होर ही शब्द लिया लिया विच लाई जाणगे। यार एक लय च पढ़ लो आसा की वार। हुण तुसीं जपजी शुरू करो, जपजी दी एक पौड़ी पढ़ती असीं, उस तो बाद कोई शब्द ला दिए, फिर अगली पौड़ी पढ़ती, फिर कोई शब्द बाणी दा होर ला दी, बन जू गल नहीं। आसा जपजी दा रूप विगड़ जाना, अहीं आसा की वार दा विगाड़ता। तो गुरु अर्जन साहब पातशाह अखीर विच लिख दिंदे ने भी ठीक है भाई गुरदास साहब अगे करो काम, हुण शुद्ध साइन कह लो कि चैक हो गया। तो असी बहुते सियाणिਆਂ ने रूप विगाड़ छुट्टे। तो भाई गुरदास साहब लिखन लग पे, सलोक पौड़ियां नाल मेल खांदियां लिखियां, सारे लिखन लग पे। भाई बन्नो जी सेवा करते रहे, तो इदा जिहड़ा कारज चलदा रहा बाणी दा।
ਤੇ ਜਿਹੜੀਆਂ ਪੋਥੀਆਂ ਲਿਖੀਆਂ ਜਾਂਦੀਆਂ ਉਹ ਇੱਕ ਵੱਖਰੇ ਥਾਂ 'ਤੇ ਰੱਖੀਆਂ ਜਾਂਦੀਆਂ। ਉਹ ਥਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਖੁਦ ਤਿਆਰ ਕਰਵਾਇਆ ਸੀ। ਜਿੱਥੇ ਅੱਜ ਅਸੀਂ ਅਕਾਲ ਤਖਤ ਸਾਹਿਬ ਦੇਖਦੇ ਹਾਂ ਨਾ, ਉੱਥੇ ਇੱਕ ਕੋਠਾ ਤਿਆਰ ਕੀਤਾ ਗਿਆ ਸੀ। ਤੇ ਇਤਿਹਾਸਕਾਰ ਲਿਖਦੇ ਨੇ ਵੀ ਜਿਹੜਾ ਅੱਜ ਤੁਸੀਂ ਸਰੋਵਰ ਵੇਖਦੇ ਹੋ ਨਾ ਦਰਬਾਰ ਸਾਹਿਬ ਦਾ, ਆਮ ਤੁਸੀਂ ਦੁਨੀਆ ਦੇ ਵਿੱਚ ਝਾਤ ਮਾਰ ਕੇ ਵੇਖਿਓ, ਬੜੀ ਕਮਾਲ ਦੀ ਪਤਾ ਨਹੀਂ ਕਿਹੋ ਜਿਹੀ ਟੈਕਨੋਲੋਜੀ ਕਹਿ ਸਕਦੇ ਹਾਂ, ਕਿੰਨੀ ਦੂਰ ਅੰਦੇਸੀ ਸਤਿਗੁਰ ਦੀ ਹੋਣੀ ਹੈ। ਆਪਾਂ ਕਹਿੰਦੇ ਹਾਂ ਵੀ ਪਾਣੀ ਦੇ ਵਿੱਚ ਬਹੁਤਾ ਟਾਈਮ ਨਿਉਂ ਖੜਦੀ ਨਹੀਂ ਹੁੰਦੀ। ਆਪਾਂ ਡਰ ਲੱਗਦਾ ਨਾ ਜੇ ਕਈ ਵਾਰ ਘਰੇ ਪਾਣੀ ਵੀ ਨਿਉਂ 'ਚ ਪਾਣੀ ਪੈਣ ਲੱਗ ਪਿਆ, ਪਰ ਦਰਬਾਰ ਸਾਹਿਬ ਦੀ ਇਹੋ ਜਿਹੀ ਇਮਾਰਤ ਹੈ ਜਿਹੜੀ ਪਾਣੀ ਦੇ ਵਿੱਚ ਖੜੀ ਹੈ ਬਹੁਤ ਟਾਈਮ ਦੀ, ਕੋਈ ਨੁਕਸਾਨ ਨਹੀਂ ਹੋਇਆ। ਪਿੱਛੇ ਜੇ ਕੋਈ ਵਾਰ ਉਹ ਵਿਦਵਾਨ ਜਿਹੜੇ ਖੋਜਬੀਨ ਨੇ ਵੀਰ ਆਏ ਨੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਕਹਿੰਦੇ ਬਣਿਆ ਕੀ ਆ, ਕਿਹੜੇ ਕੈਮੀਕਲ ਇਹਦੇ ਵਿੱਚ ਪਏ ਹੋਏ ਨੇ, ਕਿਹੋ ਜਿਹਾ ਚੂਨਾ ਵਰਤਿਆ ਗਿਆ, ਕਿਹੋ ਜਿਹੀ ਇੱਟ ਬਣਾਈ ਗਈ ਹੈ, ਕਿਹੜੀ ਇੱਟ ਇੱਥੇ ਵਰਤੀ ਗਈ ਹੈ। ਇੱਟ ਵੀ ਬੜੇ ਹੋਰ ਤਰੀਕੇ ਦੀ ਹੈ, ਵੀ ਕਿਵੇਂ ਦੀ ਵਰਤੀ ਗਈ ਹੈ, ਹੋਰ ਤਰੀਕੇ ਦੀ ਹੈ। ਤੋ ਇੱਟ ਇਹੋ ਜਿਹੀ ਹੈ ਵੀ ਜੇ ਕਿਤੇ ਇੱਕ ਇੱਟ ਵੀ ਬਾਹਰ ਨਿਕਲਦੀ ਹੈ ਨਾ ਤਾਂ ਬਾਕੀ ਸਾਰੀ ਇਮਾਰਤ ਨੂੰ ਕੁਛ ਨਹੀਂ ਹੁੰਦਾ। ਇਸ ਤਰੀਕੇ ਨਾਲ ਇੱਟਾਂ ਲਾਈਆਂ ਗਈਆਂ ਨੇ ਅਤੇ ਪਾਣੀ ਦੇ ਵਿੱਚ ਜਿਵੇਂ ਜਿਵੇਂ ਉਹ ਖੜੀਆਂ ਮਜ਼ਬੂਤ ਹੁੰਦੀ ਜਾਂਦੀ, ਕੋਈ ਨੁਕਸਾਨ ਹੀ ਨਹੀਂ ਹੈ। ਅਤੇ ਉਹਦੇ ਵਿੱਚੋਂ ਸਰੋਵਰ ਦੇ ਵਿੱਚੋਂ ਜਿਹੜੀ ਮਿੱਟੀ ਨਿਕਲੀ ਸੀ ਨਾ, ਗੁਰੂ ਸਾਹਿਬ ਜੀ ਨੇ ਅੱਜ ਵਾਲੇ ਜਿੱਥੇ ਅਕਾਲ ਤਖਤ ਸਾਹਿਬ ਉੱਥੇ ਇੱਕ ਕੋਠਾ ਤਿਆਰ ਕੀਤਾ, ਉਸ ਮਿੱਟੀ ਦਾ ਕੋਠਾ ਤਿਆਰ ਕੀਤਾ ਗਿਆ। ਅਤੇ ਜਿੰਨੀ ਬਾਣੀ ਲਿਖੀ ਜਾਂਦੀ ਸੀ ਗੁਰੂ ਅਰਜਨ ਸਾਹਿਬ ਉਹਦੇ 'ਚ ਰੱਖਦੇ ਸਨ ਲਿਜਾ ਕੇ। ਸ਼ਾਮ ਨੂੰ ਪੋਥੀਆਂ ਉਹਦੇ 'ਚ ਹੁੰਦੀਆਂ ਸਨ, ਸਵੇਰੇ ਫੇਰ ਚੱਕ ਕੇ ਲਿਜਾਈਆਂ ਜਾਂਦੀਆਂ ਸਨ, ਰਾਮਸਰ ਦੇ ਕੰਢੇ 'ਤੇ ਉੱਥੇ ਬੈਠ ਕੇ ਲਿਖਦੇ ਸਨ। ਅਤੇ ਇੱਦਾਂ ਕਾਰਜ ਚੱਲਦਾ ਰਿਹਾ। ਅਤੇ ਉਸ ਤੋਂ ਚੱਲਦੇ ਚੱਲਦੇ ਕਾਰਜ ਦੇ ਵਿੱਚ ਜਿਵੇਂ ਆਪਾਂ ਇਤਿਹਾਸ ਨੂੰ ਜਾਣਦੇ ਹਾਂ ਸਮਝਦੇ ਹਾਂ, ਚੱਲਦੇ ਕਾਰਜ ਦੇ ਵਿੱਚ 4 ਭਗਤ ਆਏ ਨੇ ਬਾਣੀ ਲਿਖਵਾਉਣ ਦੇ ਲਈ, ਲਾਹੌਰੋਂ ਚੱਲ ਕੇ ਪਹੁੰਚੇ ਨੇ, ਜਿਨ੍ਹਾਂ ਦੇ ਨਾਮ ਇਤਿਹਾਸ ਦੇ ਵਿੱਚ ਕਾਨ੍ਹਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ, ਇਹ 4 ਆਏ ਨੇ ਗੁਰੂ ਅਰਜਨ ਸਾਹਿਬ ਕੋਲ ਪਹੁੰਚੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਕੋਲ ਆ ਕੇ ਕਹਿੰਦੇ ਵੀ ਕਮਾਲ ਕੀਤੀ ਤੁਸੀਂ। ਗੁਰੂ ਸਾਹਿਬ ਕਹਿੰਦੇ ਦੱਸੋ। ਕਹਿੰਦੇ ਵੀ ਅਸੀਂ ਤੇਰੇ ਨੇੜ ਦੇ, ਤੇਰੇ ਦਾਦਕਿਆਂ ਦੇ, ਕਿਉਂਕਿ ਗੁਰੂ ਰਾਮਦਾਸ ਸਾਹਿਬ ਚੂਨਾ ਮੰਡੀ ਲਾਹੌਰ ਦੇ ਸਨ। ਕਹਿੰਦੇ ਤੇਰੇ ਦਾਦਕਿਆਂ ਦੇ ਅਸੀਂ, ਤੁਸੀਂ ਇੰਨੀ ਦੂਰੋਂ ਦੂਰੋਂ ਬਾਣੀ ਮਹਾਰਾਸ਼ਟਰ ਤੱਕ ਇਕੱਠੀ ਕਰਕੇ ਲਿਆ, ਸਾਨੂੰ ਕਦੇ ਦੱਸਿਆ ਹੀ ਨਹੀਂ ਤੁਸੀਂ ਵੀ ਤੁਹਾਡੀ ਵੀ ਬਾਣੀ ਆਵੇ ਇੱਧਰ, ਸਾਨੂੰ ਤੁਸੀਂ ਦੱਸਿਆ ਹੀ ਨਹੀਂ ਕਦੇ, ਸਾਡੀ ਵੀ ਬਾਣੀ ਦਰਜ ਹੋਵੇ ਇਹਦੇ 'ਚ। ਗੁਰੂ ਅਰਜਨ ਸਾਹਿਬ ਕਹਿੰਦੇ ਠੀਕ ਹੈ, ਤੁਹਾਡੀ ਹੋਣੀ ਚਾਹੀਦੀ ਹੈ ਬਾਣੀ ਦਰਜ, ਪਰ ਦਰਜ ਤਾਂ ਹੋਵੇਗੀ ਪਹਿਲਾਂ ਸੁਣਾਂਗੇ, ਗੁਰਮਤਿ ਅਨੁਸਾਰ ਗੱਲਾਂ ਹੋਣਗੀਆਂ, ਸੁਣਾਂਗੇ ਪਹਿਲਾਂ ਫੇਰ ਬਾਣੀ ਦਰਜ ਹੋਵੇਗੀ। ਕਹਿੰਦੇ ਜੀ ਠੀਕ ਹੈ। ਗੁਰੂ ਸਾਹਿਬ ਜੀ ਨੇ 4 ਨੂੰ ਵਧੀਆ ਆਸਣ ਲਾ ਕੇ ਦਿੱਤਾ, ਵਧੀਆ ਆਸਣ ਲਾ ਕੇ ਦਿੱਤਾ ਵੀ ਤੁਹਾਡੀ ਬਾਣੀ ਵੀ ਦਰਜ ਹੋਣੀ ਹੈ। ਅਤੇ ਵਾਰੀ ਸਿਰ ਲਿਆ ਵੀ ਸਾਰੇ ਆਪੋ ਆਪਣੀ ਪੋਥੀ ਖੋਲ੍ਹ ਕੇ ਦੱਸਣ ਵੀ ਕੀ ਕੁਝ ਤੁਹਾਡੇ ਕੋਲ ਹੈ। ਸਾਰੇ ਲਾਈਨ ਦੇ ਵਿੱਚ ਬਹਿ ਗਏ, ਕਾਨ੍ਹਾ, ਪੀਲੂ, ਛੱਜੂ, ਸ਼ਾਹ ਹੁਸੈਨ, ਸਾਰੇ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਆਸਣ ਲਾ ਕੇ ਵਧੀਆ ਦਿੱਤਾ ਵੀ ਬੈਠੋ। ਗੁਰੂ ਸਾਹਿਬ ਆਪ ਥੱਲੇ ਬੈਠੇ ਨੇ ਅਤੇ ਤੁਸੀਂ ਸੁਣਾਓ ਅਤੇ ਆਪਾਂ ਫਿਰ ਬਾਣੀ ਤੁਹਾਡੀ ਵੀ ਦਰਜ ਕਰ ਦੇਣੀ ਆ। ਅਤੇ ਉਹ ਜਿਹੜੀਆਂ ਗੱਲਾਂ ਇਤਿਹਾਸ ਦੀਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀਆਂ ਇਹਨਾਂ 4 ਭਗਤਾਂ ਦੇ ਨਾਲ ਹੋਈਆਂ ਨੇ ਅਤੇ ਉਹਨਾਂ ਦਾ ਕੀ ਨਿਪਟਾਰਾ ਹੋਇਆ, ਗੁਰਬਾਣੀ ਮੁਤਾਬਕ ਅਸੀਂ ਉਹਨਾਂ ਦੀਆਂ ਗੱਲਾਂ ਗੁਰੂ ਅਰਜਨ ਸਾਹਿਬ ਕਾਟਦੇ ਕਿਵੇਂ ਨੇ, ਉਹ ਵਿਸਤਾਰ ਸਾਹਿਤ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਮਝਣਾ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰੂ ਅਰਜਨ ਸਾਹਿਬ ਜੀ ਨੇ ਜੋ ਮਹਾਨ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਬੜੇ ਔਖੇ ਸਮਿਆਂ ਦੇ ਵਿੱਚੋਂ ਲੰਘ ਕੇ, ਬੜੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਜੋ ਸਾਡੇ ਤੱਕ ਪਹੁੰਚਾਇਆ ਇਹ ਕੰਮ, ਅਸੀਂ ਇਹਦਾ ਸਤਿਕਾਰ ਕਰੀਏ। ਲਾਜ਼ਮੀ ਆਪਣੇ ਘਰਾਂ ਦੇ ਵਿੱਚ ਇਹਨਾਂ ਪੋਥੀਆਂ ਨੂੰ ਰੱਖੀਏ। ਗੁਰੂ ਅਰਜਨ ਸਾਹਿਬ ਜੀ ਦੁਆਰਾ ਖੁਦ ਆਪਣੀ ਰਹਿਨਮਾਈ ਹੇਠ ਤਿਆਰ ਕੀਤੀ ਬਾਣੀ ਹੈ, ਲਿਖਾਈ ਗਈ ਹੈ। ਇਹ ਤੋਂ ਵੀ ਬਹੁਤੇ ਸਿਆਣੇ ਨੂੰ ਮੈਂ ਫੇਰ ਇਹ ਬੇਨਤੀ ਦੁਬਾਰੇ ਕਰਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਬਾਣੀ ਹੈ ਉਵੇਂ ਹੀ ਪੜ੍ਹੀਏ, ਅਸੀਂ ਉਵੇਂ ਪੜ੍ਹੀਏ। ਸੋਧਾਰਾ ਹੈ ਨਾ ਜਿਹੜੀ ਰਹਿਰਾਸ ਸਾਹਿਬ ਆ, ਬਹੁਤੇ ਰੌਲਾ ਪਾ ਲੈਂਦੇ ਨੇ, ਕਹਿੰਦੇ ਤੁਸੀਂ ਇੱਥੋਂ ਸ਼ੁਰੂ ਕਰ ਦਿੱਤਾ, ਤੁਸੀਂ ਇੱਥੋਂ ਸ਼ੁਰੂ ਕਰ ਦਿੱਤਾ। ਜਪਜੀ ਸਾਹਿਬ ਤੋਂ ਬਾਅਦ ਸੋਦਰ ਸ਼ੁਰੂ ਹੁੰਦਾ, ਸੋਦਰ ਤੇਰਾ ਕਿਹਾ ਸੋ ਕਰਕੇ ਗੁਰੂ ਸਾਹਿਬ ਜੀ ਨੇ ਅੱਗੇ ਕੋਈ ਵੀ ਸ਼ਬਦ ਉਹਦੇ ਨਹੀਂ ਲਾਇਆ। ਰਹਿਰਾਸ ਸ਼ਾਮ ਦੀ ਹੈ ਨਾ ਜਿਹੜੀ ਸੋਦਰ
ਤੇਰਾ ਕਿਹਾ ਸੋ ਕਰ ਕਿਹਾ ਤੋਂ ਸ਼ੁਰੂ ਹੁੰਦੀ ਹੈ ਤੇ ਅਖੀਰ ਤੱਕ ਵੇਖ ਲਿਓ ਵੀ ਉਹਦਾ ਰੂਪ ਕੀ ਹੈ। ਆਸਾ ਕੀ ਵਾਰ ਦਾ ਰੂਪ ਵੇਖ ਲਿਓ ਕੀ ਹੈ। ਇਹ ਜਿਹੜੀਆਂ ਗੱਲਾਂ ਲਾਜ਼ਮੀ ਨੇ ਵੀ ਗੁਰੂ ਅਰਜਨ ਸਾਹਿਬ ਜੀ ਦੀ ਇਹ ਖਾਸੀਅਤ ਸੀ ਵੀ ਆਪ ਧਿਆਨ ਦੇ ਨਾਲ ਸਾਰੀ ਬਾਣੀ ਸਾਡੇ ਤੱਕ ਪਹੁੰਚਾਈ ਹੈ ਤੇ ਅਸੀਂ ਗੁਰੂ ਸਾਹਿਬ ਤੋਂ ਸਿਆਣੇ ਨਾ ਹੋਈਏ। ਇਹ ਸਮਝਾਇਆ ਕਰੋ, ਖੁਦ ਵੀ ਸਮਝਿਆ ਕਰੋ। ਸਤਿਗੁਰੂ ਰਹਿਮਤ ਕਰਨ। ਅਗਲੇਰਾ ਇਤਿਹਾਸ ਆਪਾਂ ਕੱਲ੍ਹ ਨੂੰ ਸਮਝਣਾ ਹੈ। ਸਤਿਗੁਰੂ ਰਹਿਮਤ ਬਣਾਈ ਰੱਖਣੀ। ਸਿਤਰਾਪ ਜੀ ਨੇ ਪਿਆਰ ਸਤਿਕਾਰ ਦੇ ਨਾਲ ਹਾਜ਼ਰੀ ਭਰਨੀ ਹੈ ਜੀ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ।